सगल धर्म में श्रेष्ठ धर्म, हर को नाम जप निर्मल करम। सारिया धर्मां विचों इहो श्रेष्ठ धर्म है, सारिया कर्मां विचों ਇਹ निर्मल ਕਰਮ ਹੈ ਜਿਹੜਾ ਹਰੀ ਦਾ ਨਾਮ ਜਪਣਾ ਹੈ। ਜਿਹੜੇ ਹਰੀ ਦਾ ਨਾਮ ਜਪਦੇ ਨੇ ਪਰਮਾਤਮਾ ਦੇ ਕਹਿ ਅਨੁਸਾਰ ਚੱਲਦੇ ਨੇ, ਸਤਿਗੁਰੂ ਦੀ ਸਿੱਖਿਆ ਨੂੰ ਧਾਰਨ ਕਰਦੇ ਨੇ। ਜੋ ਗੁਰ ਕਹਿ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਜਿਹੜੇ ਗੁਰੂ ਸਾਹਿਬ ਦੇ ਕਹਿ ਅਨੁਸਾਰ ਚੱਲ ਕੇ ਜੀਵਨ ਨੂੰ ਢਾਲ ਲੈਂਦੇ ਨੇ, ਫਿਰ ਮੇਰਾ ਵਾਹਿਗੁਰੂ, ਮੇਰਾ ਨਿਰੰਕਾਰ ਧੰਨ ਗੁਰੂ ਨਾਨਕ ਸਾਹਿਬ ਜੀ ਉਹਨਾਂ ਦੇ ਘਰ ਸੁਖ ਵਰਤਾ ਦਿੰਦੇ ਨੇ। ਮੇਰੇ ਰਾਮ ਰਾਏ ਜਿਉਂ ਰਾਖੇ ਤਿਉਂ ਰਹੀਐ, ਤੁਧ ਭਾਵਹਿ ਤਾਂ ਨਾਮ ਜਪਾਵੈ, ਸੁਖ ਤੇਰਾ ਦਿੱਤਾ ਲਈਐ। ਫਿਰ ਵਾਹਿਗੁਰੂ ਸੁਖ ਦਿੰਦਾ ਜਿਹੜੇ ਸੱਚ ਦੀ ਸੰਗਤ ਕਰਦੇ ਨੇ, ਜਿਨ੍ਹਾਂ ਦੇ ਭਾਗ ਉਜਲ ਹੁੰਦੇ ਨੇ, ਸਤ ਸੰਗਤ ਵਿੱਚ ਬੈਠਦੇ ਨੇ ਤੇ ਬੈਠ ਕੇ ਆਪਣੇ ਗੁਰੂ ਦੀ ਸਿੱਖਿਆ ਅਨੁਸਾਰ ਚੱਲਦੇ ਨੇ ਤੇ ਗੁਰੂ ਦੀ ਸਿੱਖਿਆ ਅਨੁਸਾਰ ਚੱਲ ਕੇ ਆਪਣੇ ਜੀਵਨ ਨੂੰ ਸਫਲ ਕਰ ਲੈਂਦੇ ਨੇ। ਇੱਕ ਬਾਣੀਏ ਦਾ ਪੁੱਤਰ ਦੁਕਾਨ ਦਾ ਕੰਮ ਕਰਦਾ ਸੀ। ਪਿਤਾ ਨੇ ਸਤ ਸੰਗਤ ਵਿੱਚ ਜਾਣਾ ਰੋਜ਼ ਤੇ ਕਹਿਣਾ, ਪੁੱਤਰ ਕੋਈ ਗਾਹਕ ਆ ਜਾਵੇ ਤੇ ਮੈਨੂੰ ਸਤ ਸੰਗਤ ਵਿੱਚੋਂ ਬੁਲਾ ਲਿਆਈ। ਪਿਤਾ ਸਤ ਸੰਗਤ ਵਿੱਚ ਰੋਜ਼ ਕਥਾ ਸੁਣਨ ਜਾਂਦਾ ਹੈ। ਸੰਗਤ ਜੀ ਕਈ ਕਥਾ ਤੇ ਸੁਣਦੇ ਨੇ, ਕੀਰਤਨ ਤੇ ਸੁਣਦੇ ਨੇ, ਰੋਜ਼ ਗੁਰਦੁਆਰਾ ਸਾਹਿਬ ਵੀ ਜਾਂਦੇ ਨੇ, ਰੋਜ਼ ਮੰਦਰ ਵਿੱਚ ਆਪਣੇ ਇਸ਼ਟ ਦੇ ਦਰਸ਼ਨ ਵੀ ਕਰਦੇ ਨੇ, ਰੋਜ਼ ਮਸਜਿਦ ਵੀ ਜਾਂਦੇ ਨੇ ਤੇ ਰੋਜ਼ ਚਰਚ ਵੀ ਜਾਂਦੇ ਨੇ। ਪਰ ਜਾਂਦੇ ਜ਼ਰੂਰ ਨੇ, ਪਰ ਆਪਣੇ ਮਾਲਕ ਦਾ ਕਹਿਣਾ ਨਹੀਂ ਮੰਨਦੇ ਨੇ। ਕੇਵਲ ਗਏ ਜ਼ਰੂਰ ਹਾਂ, ਪਰ ਕੋਈ ਗੁਰੂ ਦੀ ਗੱਲ ਨੂੰ ਪੱਲੇ ਨਹੀਂ ਬੰਨਿਆ ਹੈ। ਇੱਕ ਦਿਨ ਗਾਹਕ ਆ ਗਿਆ ਦੁਕਾਨ ਤੇ, ਕਿਉਂਕਿ ਪਿਤਾ ਨੇ ਕਿਹਾ ਸੀ ਕਿ ਕੋਈ ਵੱਡਾ ਗਾਹਕ ਆ ਜਾਵੇ ਤੇ ਮੈਨੂੰ ਸਤ ਸੰਗਤ ਵਿੱਚੋਂ ਬੁਲਾ ਲਿਆਈ। ਸਵੇਰ ਦਾ ਸਮਾਂ ਹੈ। ਗਾਹਕ ਆ ਗਿਆ ਤਾਂ ਉਸਨੇ ਬੱਚੇ ਨੂੰ ਕਿਹਾ, ਤੇਰਾ ਪਿਤਾ ਕਿੱਥੇ ਹੈ? ਲੜਕੇ ਨੇ ਕਿਹਾ, ਆਪ ਬੈਠੋ, ਮੈਂ ਬੁਲਾ ਕੇ ਲਿਆਉਂਦਾ ਹਾਂ। ਜਿਸ ਵੇਲੇ ਪਿਤਾ ਨੂੰ ਬੱਚਾ ਬੁਲਾਉਣ ਗਿਆ ਤਾਂ ਅੱਗੇ ਕਥਾ ਵਿੱਚ ਵੈਸ਼ਨਵ ਧਰਮ ਦਾ ਪ੍ਰਸੰਗ ਚੱਲ ਰਿਹਾ ਸੀ ਕਿ ਸਾਰਿਆਂ ਨੂੰ ਸਾਨੂੰ ਗਊ ਦੀ, ਬ੍ਰਾਹਮਣ ਦੀ ਸੇਵਾ ਕਰਨੀ ਚਾਹੀਦੀ ਹੈ, ਜੀ ਉੱਤੇ ਦਇਆ ਕਰਨੀ ਚਾਹੀਦੀ ਹੈ। ਭਾਵੇਂ ਆਪਣੇ ਪ੍ਰਾਣ ਵੀ ਕਿਉਂ ਨਾ ਨਿਕਲ ਜਾਣ, ਪਰ ਸਾਰਿਆਂ ਉੱਤੇ ਦਇਆ ਕਰਨੀ ਹੈ, ਕਿਸੇ ਜੀਵ ਦੀ ਹੱਤਿਆ ਨਹੀਂ ਕਰਨੀ ਹੈ, ਸੇਵਾ ਛੱਡਣੀ ਨਹੀਂ, ਭਾਵੇਂ ਸਰੀਰ ਵੀ ਵਾਰ ਨਾ ਪੈ ਜਾਵੇ। ਬਲ ਮਾਰ ਕੇ ਇਹਨਾਂ ਦਾ ਨਰਾਦਰ ਵੀ ਨਹੀਂ ਕਰਨਾ ਹੈ। ਜੋ ਧਰਮ ਦੀ ਰੱਖਿਆ ਕਰਦਾ ਹੈ, ਸਮੇਂ ਅਨੁਸਾਰ ਧਰਮ ਉਸ ਦੀ ਰੱਖਿਆ ਕਰਦਾ ਹੈ। ਇੰਨੇ ਪ੍ਰਵਚਨ ਸੁਣੇ ਤੇ ਮਨ ਨੂੰ ਬੜਾ ਹੀ ਸੰਤੋਖ ਆਇਆ। ਕਥਾ ਸੁਣ ਕੇ ਉਸ ਲੜਕੇ ਨੇ ਆਪਣੇ ਚਿੱਤ ਵਿੱਚ ਵਸਾ ਲਈ ਕਿ ਜੋ ਕਥਾ ਵਿੱਚ ਕਿਹਾ ਉਹ ਮਨ 'ਚ ਵੀ ਧਾਰਨ ਕਰਨਾ ਹੈ ਕਿ ਜੀਵ ਤੇ ਦਇਆ ਕਰਨੀ ਹੈ, ਆਪਣੇ ਬਲ ਦਾ ਗਲਤ ਉਪਯੋਗ ਨਹੀਂ ਕਰਨਾ ਹੈ। ਗਊ ਦੀ, ਬ੍ਰਾਹਮਣ ਦੀ, ਪਸ਼ੂ ਪੰਛੀਆਂ ਦੀ ਸੇਵਾ ਕਰਨੀ ਹੈ, ਕਿਸੇ ਬਜ਼ੁਰਗ ਦੀ ਸੇਵਾ ਕਰਨੀ ਹੈ। ਮਨ ਨੂੰ ਬੜਾ ਹੀ ਚੰਗਾ ਲੱਗਾ ਤੇ ਗੱਲ ਪੱਲੇ ਬੰਨ੍ਹ ਲਈ। ਜੋ ਧਰਮ ਦੇ ਅਨੁਸਾਰ ਚੱਲੇਗਾ, ਵਾਹਿਗੁਰੂ ਉਹਦੇ ਤੇ ਕਿਰਪਾ ਕਰੇਗਾ। ਫਿਰ ਉਸਨੇ ਆਪਣੇ ਪਿਤਾ ਨੂੰ ਕਿਹਾ, ਪਿਤਾ ਜੀ ਹੱਟੀ ਤੇ ਆਵੋ, ਇੱਕ ਗਾਹਕ ਆ ਕੇ ਬੈਠਾ ਹੋਇਆ, ਆਪ ਚੱਲੋ। ਪਿਤਾ ਨੇ ਕਿਹਾ, ਤੂੰ ਚੱਲ ਪੁੱਤਰ, ਮੈਂ ਆਉਂਦਾ ਹਾਂ। ਲੜਕਾ ਦੁਕਾਨ ਤੇ ਪਹੁੰਚ ਗਿਆ। ਇਤਨੇ ਨੂੰ ਇੱਕ ਭੁੱਖੀ ਗਊ ਨੇ ਉਸ ਦੁਕਾਨ ਪਰ ਆ ਕੇ ਅਨਾਜ ਖਾਣਾ ਸ਼ੁਰੂ ਕਰ ਦਿੱਤਾ। ਲੜਕੇ ਨੇ ਉਸ ਨੂੰ ਅੰਨ ਖਾਣ ਤੋਂ ਨਾ ਹਟਾਇਆ। ਪਿਤਾ ਨੇ ਦੂਰੋਂ ਆਉਂਦਿਆਂ ਵੇਖਿਆ ਕਿ ਦੁਕਾਨ ਪਰ ਗਊ ਅੰਨ ਖਾ ਰਹੀ ਹੈ ਤੇ ਲੜਕਾ ਉਹਦਾ ਉਸ ਨੂੰ ਹਟਾਉਂਦਾ ਨਹੀਂ ਹੈ। ਪਿਤਾ ਨੇ ਆਉਂਦਿਆਂ ਸਾਰ ਕਿਹਾ, ਉਹ ਅੰਨਿਆ, ਗਊ ਅੰਨ ਖਾ ਰਹੀ ਹੈ, ਤੂੰ ਹਟਾਉਂਦਾ ਕਿਉਂ ਨਹੀਂ ਹੈ? ਦੁਕਾਨ ਦਾ ਉਜਾੜਾ ਕਰ ਰਹੀ ਹੈ, ਤੂੰ ਇਸ ਨੂੰ ਪਰੇ ਕਿਉਂ ਨਹੀਂ ਕਰਦਾ ਹੈ?
ਪਿਤਾ ਦੇ ਬਚਨ ਸੁਣ ਕੇ ਵੀ ਲੜਕੇ ਨੇ ਗਊ ਨੂੰ ਨਾ ਹਟਾਇਆ, ਜਾਂ ਪਿਤਾ ਨੇ ਬੜੇ ਗੁੱਸੇ ਨਾਲ ਕਿਹਾ ਤਾਂ ਪੁੱਤਰ ਨੇ ਕਿਹਾ, ਪਿਤਾ ਜੀ ਗੁੱਸੇ ਕਿਉਂ ਹੁੰਦੇ ਜੇ? ਅੱਜ ਸਤ ਸੰਗਤ ਵਿੱਚ ਇਹੋ ਹੀ ਕਥਾ ਸੁਣ ਕੇ ਆਏ ਹੋ। ਅੱਜ ਦੀ ਕਥਾ ਵਿੱਚ ਸੰਤਾਂ ਨੇ ਕਿਹਾ ਸੀ ਸਿਮਰਨ ਅਤੇ ਗਊ ਬ੍ਰਾਹਮਣ ਦੀ ਸੇਵਾ ਕਰਨੀ ਹੈ, ਪਰਮ ਧਰਮ ਹੁੰਦਾ ਹੈ। ਮੇਰੇ ਦਿਲ ਵਿੱਚ ਉਸ ਕਥਾ ਦਾ ਅਜਿਹਾ ਅਸਰ ਹੋ ਗਿਆ ਕਿ ਜੀਵ ਤੇ ਦਇਆ ਕਰਨੀ ਹੈ, ਜਿਸ ਤੇ ਮੈਂ ਗਊ ਨੂੰ ਨਹੀਂ ਹਟਾਇਆ ਹੈ। ਆਪ ਵੀ ਗਊ ਨੂੰ ਨਾ ਮਾਰੋ, ਖਾਣਾ ਖਾਣ ਦਿਓ। ਲੜਕੇ ਤੋਂ ਇਸ ਤਰ੍ਹਾਂ ਦੇ ਬਚਨ ਸੁਣ ਕੇ ਪਿਓ ਨੂੰ ਬੜਾ ਗੁੱਸਾ ਚੜ ਗਿਆ ਤੇ 2-4 ਡੰਡੇ ਮਾਰ ਕੇ ਗਊ ਨੂੰ ਹਟਾਇਆ ਅਤੇ ਪੁੱਤਰ ਨੂੰ ਕਿਹਾ, ਤੂੰ ਕੋਈ ਮੇਰਾ ਗੁਰੂ ਹੈ ਜੋ ਮੈਨੂੰ ਇਸ ਤਰ੍ਹਾਂ ਦਾ ਉਪਦੇਸ਼ ਕਰਦਾ ਹੈ? ਕਥਾ ਸੁਣਦਾ ਹਾਂ ਪਰ ਆਪਣੀ ਦੁਕਾਨ ਨਹੀਂ ਲੁਟਾ ਸਕਦਾ। ਜਾ ਘਰੋਂ ਨਿਕਲ ਜਾ। ਮਾਂ ਨੇ ਬੜਾ ਰੋਕਿਆ ਕਿ ਪੁੱਤਰ ਨੂੰ ਨਾ ਕੱਢੋ, ਪਰ ਬਾਣੀਏ ਨੇ ਗੁੱਸੇ ਵਿੱਚ ਆ ਕੇ ਪੁੱਤਰ ਨੂੰ ਘਰੋਂ ਕੱਢ ਦਿੱਤਾ। ਬੱਚਾ ਘਰੋਂ ਜਾਣ ਲਈ ਤਿਆਰ ਹੋ ਗਿਆ। ਰਸਤੇ ਵਿੱਚ ਜਾਂਦਿਆਂ ਜਾਂਦਿਆਂ ਇੱਕ ਹੋਰ ਕੌਤਕ ਵੇਖਿਆ ਕਿ ਸੱਪ ਨੇ ਆਪਣੇ ਮੂੰਹ ਵਿੱਚ ਡੱਡੂ ਨੂੰ ਫੜਿਆ ਹੋਇਆ ਹੈ ਤੇ ਡੱਡੂ ਆਪਣੀ ਜਾਨ ਬਚਾਉਣ ਲਈ ਤੜਫ ਰਿਹਾ ਹੈ। ਇਸ ਦੇ ਮਨ ਵਿੱਚ ਦਇਆ ਆਈ। ਹੁਣ ਘਰ ਵਿੱਚ ਕਥਾ ਵਸੀ ਹੋਈ ਹੈ, ਸਤਿਗੁਰੂ ਦਾ ਉਪਦੇਸ਼ ਵਸਿਆ ਹੋਇਆ ਹੈ, ਗੁਰੂ ਦੀ ਇੱਕ ਇੱਕ ਗੱਲ ਪੱਲੇ ਬੰਨੀ ਹੋਈ ਹੈ। ਕਿਸੇ ਤਰੀਕੇ ਨਾਲ ਸੱਪ ਦੇ ਮੂੰਹ ਵਿੱਚੋਂ ਡੱਡੂ ਨੂੰ ਛੁਡਾਇਆ ਜਾਏ। ਉਸ ਵੇਲੇ ਇੱਛਾਧਾਰੀ ਸੱਪ ਨੇ ਕਿਹਾ, 3 ਦਿਨ ਦਾ ਭੁੱਖਾ ਸੀ, ਮੈਂ ਇਸ ਨੂੰ ਖਾਣ ਲਈ ਫੜਿਆ ਸੀ, ਤੂੰ ਮੇਰਾ ਭੋਜਨ ਖੋ ਕੇ ਚੰਗਾ ਨਹੀਂ ਕੀਤਾ, ਤੂੰ ਡੱਡੂ ਨੂੰ ਛੁਡਾ ਲਿਆ ਹੈ, ਮੈਂ ਤੈਨੂੰ ਸਰਾਪ ਦਿਆਂਗਾ। ਉਸ ਵੇਲੇ ਲੜਕੇ ਨੇ ਸੱਪ ਨੂੰ ਖੁਸ਼ ਕਰਨ ਵਾਸਤੇ ਆਪਣੇ ਪੱਟ ਦਾ ਮਾਸ ਕੱਟ ਕੇ ਉਸ ਨੂੰ ਖਵਾ ਦਿੱਤਾ। ਸੱਪ ਖੁਸ਼ ਹੋ ਕੇ ਚਲਿਆ ਗਿਆ। ਇਹ ਲੜਕਾ ਵੀ ਆਪਣੀ ਲੱਤ ਤੇ ਪੱਟੀ ਬੰਨ੍ਹ ਕੇ ਤੁਰ ਪਿਆ। ਪਰਮਾਤਮਾ ਕੌਤਕ ਕਰਦਾ ਹੈ, ਸਤ ਸੰਗਤ ਕੀਤਿਆਂ ਫਲ ਮਿਲਦਾ ਹੈ। ਅੱਗੋਂ ਇੱਕ ਬਜ਼ੁਰਗ ਮਾਤਾ ਮਿਲੀ ਜੋ ਸਿਰ ਉੱਤੇ ਪੰਡ ਚੁੱਕੀ ਜਾ ਰਹੀ ਸੀ। ਇਸ ਦੇ ਮਨ ਵਿੱਚ ਤਰਸ ਆਇਆ। ਕਥਾ ਵਾਲੀ ਗੱਲ ਆ ਗਈ ਕਿ ਬਜ਼ੁਰਗਾਂ ਤੇ ਤਰਸ ਕਰਨਾ ਹੈ, ਦਇਆ ਕਰਨੀ ਹੈ। ਉਸਨੇ ਮਾਤਾ ਨੂੰ ਕਿਹਾ, ਮਾਤਾ ਜੀ ਤੁਸੀਂ ਬਜ਼ੁਰਗ ਹੋ, ਇਹ ਪੰਡ ਮੈਨੂੰ ਚੁਕਾ ਦਿਓ ਤੇ ਮੈਂ ਤੇਰੇ ਨਾਲ ਲੈ ਚੱਲਦਾ, ਜਿੱਥੇ ਆਪ ਜੀ ਦਾ ਘਰ ਹੈ ਉੱਥੇ ਪੰਡ ਰੱਖ ਦਿਆਂਗਾ। ਮਾਤਾ ਜੀ ਨੇ ਕਿਹਾ, ਜੇ ਤੂੰ ਮੇਰਾ ਧਰਮ ਦਾ ਪੁੱਤਰ ਬਣ ਜਾਵੇਂ ਤਾਂ ਇਹ ਪੰਡ ਦੇਵਾਂਗੀ, ਨਹੀਂ ਤਾਂ ਇਹ ਪੰਡ ਨਹੀਂ ਦਿਆਂਗੀ। ਆਖਰ ਧਰਮ ਪੁੱਤਰ ਬਣ ਕੇ ਮਾਤਾ ਤੋਂ ਪੰਡ ਚੁੱਕ ਕੇ ਹੌਲੀ ਹੌਲੀ ਚੱਲ ਪਿਆ। ਇਤਨੇ ਨੂੰ ਇੱਕ ਆਦਮੀ ਘੋੜਾ ਲੈ ਕੇ ਆ ਰਿਹਾ ਸੀ। ਉਸ ਨੂੰ ਵੇਖ ਕੇ ਮਾਤਾ ਨੇ ਧਰਮ ਪੁੱਤਰ ਨੂੰ ਕਿਹਾ, ਪੁੱਤਰ ਮੈਂ ਬਜ਼ੁਰਗ ਹਾਂ, ਥੱਕ ਗਈ ਹਾਂ, ਮੇਰੇ ਪਾਸ ਰੁਪਈਏ ਹੈਗੇ ਨੇ, ਇਸ ਤਰ੍ਹਾਂ ਕਰ, ਇਸ ਵਪਾਰੀ ਕੋਲੋਂ ਘੋੜਾ ਖਰੀਦ ਲੈ। ਧਰਮ ਪੁੱਤਰ ਨੇ ਰੁਪਏ ਦੇ ਕੇ ਘੋੜਾ ਖਰੀਦ ਲਿਆ। ਦੋਵੇਂ ਮਾਂ ਪੁੱਤਰ ਘੋੜੇ ਤੇ ਚੜ੍ਹ ਕੇ ਚੱਲ ਪਏ। ਅੱਗੋਂ ਕੀ ਦੇਖਦੇ ਨੇ, ਇੱਕ ਭੁੱਖਾ ਬਾਲਕ ਮਿਲਿਆ ਹੈ। ਉਸਨੇ ਮਾਤਾ ਨੂੰ ਉੱਚੀ ਉੱਚੀ ਮਾਂ ਮਾਂ ਕਰਕੇ ਬੁਲਾਇਆ। ਮਾਤਾ ਨੂੰ ਬੜਾ ਹੀ ਤਰਸ ਆਇਆ। ਮਾਤਾ ਆਖਣ ਲੱਗੀ, ਪੁੱਤਰਾ ਤੂੰ ਵੀ ਧਰਮ ਦਾ ਪੁੱਤਰ ਹੈ, ਇਸ ਤਰ੍ਹਾਂ ਕਰ, ਇਸ ਨੂੰ ਤੂੰ ਆਪਣਾ ਧਰਮ ਦਾ ਭਰਾ ਸਮਝ ਕੇ ਨਾਲ ਹੀ ਘੋੜੇ ਤੇ ਚੜਾ ਲੈ। ਮਾਂ ਦਾ ਕਹਿਣਾ ਮੰਨ ਕੇ ਉਸਨੇ ਲੜਕੇ ਨੂੰ ਘੋੜੇ ਤੇ ਚੜਾ ਲਿਆ। ਚਲਦੇ ਚਲਦੇ ਇੱਕ ਰਾਜਧਾਨੀ ਵਿੱਚ ਪਹੁੰਚ ਗਏ। ਮਾਤਾ ਨੇ ਆਪਣੀ ਪੰਡ ਵਿੱਚੋਂ ਇੱਕ ਡੱਬਾ ਕੱਢ ਕੇ ਉਸ ਵਿੱਚੋਂ 2 ਲਾਲ ਦੇ ਕੇ ਧਰਮ ਪੁੱਤਰਾਂ ਨੂੰ ਕਿਹਾ, ਇਹ ਲਾਲ ਰਾਜੇ ਨੂੰ ਦੇ ਕੇ ਇਸ ਦੇ ਬਦਲੇ ਰੁਪਈਏ ਲੈ ਕੇ ਆਓ। ਦੋਵਾਂ ਲੜਕਿਆਂ ਨੇ ਰਾਜੇ ਪਾਸ ਜਾ ਕੇ ਉਹ ਲਾਲ ਵਿਖਾਏ ਤੇ ਉਸ ਦੇ ਬਦਲੇ ਬੇਅੰਤ ਧਨ ਲੈ ਕੇ ਮਾਂ ਪਾਸ ਆ ਗਏ। ਮਾਂ ਦੀ ਮਰਜ਼ੀ ਅਨੁਸਾਰ ਫਿਰ ਆਲੀਸ਼ਾਨ ਮਕਾਨ ਖਰੀਦ ਕੇ ਉਸ ਵਿੱਚ ਰਹਿਣ ਲੱਗ ਪਏ। ਮਾਂ ਆਖਣ ਲੱਗੀ, ਤੁਸੀਂ ਦੋਵੇਂ ਜਾਣੇ ਮੇਰੇ ਧਰਮ ਦੇ ਪੁੱਤਰ ਹੋ, ਇਸ ਤਰ੍ਹਾਂ ਕਰੋ, ਤੁਸੀਂ ਵਪਾਰ ਕਰਨਾ ਸ਼ੁਰੂ ਕਰ ਦਿਓ। ਮਾਂ ਕਿਹੜਾ ਵਪਾਰ ਕਰੀਏ? ਹੀਰਿਆਂ ਜਵਾਹਰਾਂ ਦਾ ਵਪਾਰ ਕਰੋ। ਦੋਵੇਂ ਭਰਾ ਹੀਰਿਆਂ ਜਵਾਹਰਾਂ ਦਾ ਵਪਾਰ ਕਰਨ ਲੱਗ ਪਏ।
ਜਿਸ ਤੇ ਉੱਥੋਂ ਦੇ ਰਾਜੇ ਨੂੰ ਬਹੁਤ ਪਿਆਰੇ ਲੱਗਣ ਲੱਗ ਪਏ ਕਿ ਦੋਵੇਂ ਭਰਾ ਬੜੇ ਹੀ ਮਿਹਨਤੀ ਨੇ, ਚੰਗਿਆਈ ਇਹਨਾਂ ਦੇ ਕੋਲ ਹੈ, ਝੂਠ ਨਹੀਂ ਬੋਲਦੇ ਨੇ, ਸੱਚ ਤੇ ਚੱਲਦੇ ਨੇ, ਆਪਣੀ ਮਾਂ ਦਾ ਬੜਾ ਹੀ ਸਤਿਕਾਰ ਕਰਦੇ ਨੇ। ਰਾਜੇ ਦੇ ਪਾਸ ਇੱਕ ਮੁੰਦਰੀ ਸੀ, ਜਿਸ ਦੇ ਪ੍ਰਤਾਪ ਕਰਕੇ ਸੁਰਗ ਵਿੱਚੋਂ 4 ਪਰੀਆਂ ਆਉਂਦੀਆਂ ਸਨ। ਉਸ ਰਾਜੇ ਦੀ ਇੱਛਾ ਅਨੁਸਾਰ ਉਸ ਨੂੰ ਪਾਲਕੀ ਵਿੱਚ ਬਿਠਾ ਕੇ ਹਰ ਜਗ੍ਹਾ ਸੈਰ ਕਰਵਾ ਕੇ ਲਿਆਉਂਦੀਆਂ ਸਨ। ਇੱਕ ਦਿਨ ਰਾਜਾ ਦੋਹਾਂ ਲੜਕਿਆਂ ਨਾਲ ਨਦੀ 'ਚ ਇਸ਼ਨਾਨ ਕਰਨ ਗਿਆ। ਇਸ਼ਨਾਨ ਕਰਦਿਆਂ ਰਾਜੇ ਦੀ ਉਹ ਮੁੰਦਰੀ ਪਾਣੀ ਵਿੱਚ ਡਿੱਗ ਪਈ। ਰਾਜੇ ਨੇ ਕਿਹਾ, ਇਹ ਮੁੰਦਰੀ ਮੇਰੇ ਵਾਸਤੇ ਬੜੀ ਕੀਮਤੀ ਹੈ। ਇਹੋ ਜਿਹਾ ਕੋਈ ਹੋਵੇ ਜਿਹੜਾ ਮੇਰੀ ਮੁੰਦਰੀ ਪਾਣੀ ਵਿੱਚੋਂ ਕੱਢ ਕੇ ਦੇਵੇ ਤਾਂ ਮੈਂ ਉਸ ਨੂੰ ਆਪਣੀ ਪੁੱਤਰੀ ਰਾਜਕੁਮਾਰੀ ਵਿਆਹ ਦਿਆਂਗਾ। ਉਹ ਦੋਵੇਂ ਬੱਚੇ ਆਖਣ ਲੱਗੇ, ਆਪ ਦਾ ਹੁਕਮ ਕੀ ਹੈ? ਢੰਡੋਰਾ ਫਰਾ ਦਿੰਨੇ ਆ ਕਿ ਜਿਹੜਾ ਰਾਜੇ ਦੀ ਮੁੰਦਰੀ ਕੱਢ ਕੇ ਲਿਆਏਗਾ ਉਹ ਰਾਜਕੁਮਾਰੀ ਨਾਲ ਵਿਆਹ ਦੇਵੇਗਾ। ਇਹਨੇ ਨੂੰ ਛੋਟਾ ਭਰਾ ਸੀ, ਕਹਿਣ ਲੱਗਾ, ਰਾਜਨ, ਹੇ ਬਾਦਸ਼ਾਹ, ਜੇ ਆਪਣੀ ਲੜਕੀ ਤੁਸੀਂ ਮੇਰੇ ਭਰਾ ਨਾਲ ਵਿਆਹ ਦਿਓ ਤਾਂ ਮੈਂ ਮੁੰਦਰੀ ਕੱਢ ਦਿੰਦਾ ਹਾਂ। ਰਾਜੇ ਨੇ ਕਿਹਾ, ਮੈਨੂੰ ਮਨਜ਼ੂਰ ਹੈ। ਛੋਟੇ ਭਰਾ ਨੇ ਚੁੱਭੀ ਮਾਰ ਕੇ ਨਦੀ ਵਿੱਚ ਜਾ ਕੇ ਰਾਜੇ ਦੀ ਮੁੰਦਰੀ ਕੱਢ ਲਿਆਂਦੀ। ਰਾਜਾ ਬੜਾ ਹੀ ਖੁਸ਼ ਹੋਇਆ। ਰਾਜੇ ਨੇ ਆਪਣੇ ਰਾਜ ਮਹਿਲਾਂ ਵਿੱਚ ਲਿਆ ਕੇ ਉਸ ਦਾ ਬੜਾ ਸਤਿਕਾਰ ਕੀਤਾ। ਆਪਣੀ ਧੀ ਨੂੰ ਸਾਰੀ ਗੱਲ ਸੁਣਾਈ। ਸੋਹਣਾ ਸੁਨੱਖਾ ਸੀ, ਬਾਣੀਏ ਦਾ ਪੁੱਤਰ ਸੀ ਤੇ ਸ਼ਰਤ ਮੁਤਾਬਕ ਵੱਡੇ ਭਰਾ ਨਾਲ ਆਪਣੀ ਰਾਜਕੁਮਾਰੀ ਦਾ ਵਿਆਹ ਕਰ ਦਿੱਤਾ। ਰਾਜੇ ਦਾ ਆਪਣਾ ਕੋਈ ਪੁੱਤਰ ਨਹੀਂ ਸੀ। ਉਸ ਵੇਲੇ ਰਾਜੇ ਨੇ ਆਪਣਾ ਰਾਜ ਭਾਗ ਵੀ ਉਸ ਨੂੰ ਸੌਂਪ ਦਿੱਤਾ। ਉਸ ਦਿਨ ਤੋਂ ਉਹ ਬਾਣੀਏ ਦਾ ਪੁੱਤਰ ਪ੍ਰਭੂ ਦੀ ਕਿਰਪਾ ਨਾਲ ਬੜੀ ਹੁਸ਼ਿਆਰੀ ਨਾਲ ਰਾਜ ਭਾਗ ਦਾ ਕੰਮ ਕਰਨ ਲੱਗ ਪਿਆ। ਰਾਜ ਭਾਗ ਦੇ ਮਿਲ ਜਾਣ ਕਰਕੇ ਉਹ ਲੜਕਾ ਸੰਤਾਂ ਦੇ ਬਚਨਾਂ ਅਨੁਸਾਰ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਦਾ, ਪ੍ਰਭੂ ਦਾ ਸਿਮਰਨ ਕਰਦਾ, ਆਪਣੇ ਧਰਮ ਅਨੁਸਾਰ ਆਪਣੇ ਨਿਯਮਾਂ ਤੇ ਤੁਰਨ ਦਾ ਯਤਨ ਕਰਦਾ, ਸਾਰਿਆਂ ਤੇ ਦਇਆ ਕਰਦਾ। ਕੋਈ ਵੀ ਗਰੀਬ ਆਉਂਦਾ ਇਸ ਰਾਜੇ ਕੋਲੋਂ ਖਾਲੀ ਨਾ ਜਾਂਦਾ। ਸਾਰਾ ਰਾਜਧਾਨੀ ਇਸ ਬੱਚੇ ਦੀ ਸਿਫਤ ਕਰਨ ਲੱਗ ਪਈ, ਜੈ ਜੈਕਾਰ ਹੋਣ ਲੱਗ ਪਈ। 6 ਮਹੀਨੇ ਗੁਜ਼ਰ ਜਾਣ ਤੇ ਬਜ਼ੁਰਗ ਮਾਤਾ ਨੇ ਕਿਹਾ, ਪੁੱਤਰ, ਹੁਣ ਇਸ ਤਰ੍ਹਾਂ ਕਰੋ, ਮੈਨੂੰ ਮੇਰੇ ਘਰ ਛੱਡ ਆਓ। ਧਰਮ ਮਾਤਾ ਦੇ ਬਚਨਾਂ ਨੂੰ ਮੰਨ ਕੇ ਉਸ ਘੋੜੇ ਪਰ ਬੈਠ ਕੇ ਤਿੰਨੇ ਸਰੀਰ ਰਾਤੋਂ ਰਾਤ ਚੱਲ ਪਏ। ਇਹ ਬਾਣੀਏ ਦਾ ਪੁੱਤਰ ਆਖਣ ਲੱਗਾ, ਮਾਂ, ਮੇਰਾ ਦਿਲ ਨਹੀਂ ਕਰਦਾ ਆਪ ਨੂੰ ਛੱਡਣ ਨੂੰ, ਪਰ ਤੁਹਾਡਾ ਬਚਨ ਮੰਨਣਾ ਵੀ ਮੇਰੇ ਵਾਸਤੇ ਜ਼ਰੂਰੀ ਹੈ। ਪਹਿਲਾਂ ਘੋੜੇ ਨੇ ਕਿਹਾ, ਮੈਨੂੰ ਵੀ ਛੁੱਟੀ ਦਿਓ, ਮੈਨੂੰ ਤੁਸੀਂ ਪਛਾਣਿਆ ਕਿ ਨਹੀਂ ਪਛਾਣਿਆ ਹੈ? ਉਸਨੇ ਕਿਹਾ, ਬੱਚੇ ਨੇ ਕਿਹਾ, ਨਹੀਂ। ਘੋੜੇ ਨੇ ਕਿਹਾ, ਮੈਂ ਉਹ ਸੱਪ ਹਾਂ ਜਿਸ ਨੂੰ ਤੁਸੀਂ ਆਪਣੇ ਪੱਟ ਦਾ ਮਾਸ ਖਵਾਇਆ ਸੀ। ਛੋਟੇ ਭਾਈ ਨੇ ਕਿਹਾ, ਮੈਂ ਡੱਡੂ ਸਾਂ, ਤੁਸੀਂ ਸੱਪ ਦੇ ਮੂੰਹ ਚੋਂ ਕੱਢ ਕੇ ਮੇਰੀ ਜਾਨ ਬਚਾਈ ਸੀ। ਹੁਣ ਮੈਂ ਉਸ ਦੇ ਬਦਲੇ ਨਦੀ ਵਿੱਚ ਛਾਲ ਮਾਰ ਕੇ ਰਾਜੇ ਨੂੰ ਮੁੰਦਰੀ ਦੇ ਕੇ ਰਾਜਕੁਮਾਰੀ ਨਾਲ ਤੁਹਾਡਾ ਵਿਆਹ ਕਰਵਾ ਦਿੱਤਾ ਹੈ। ਬਿਰਧ ਮਾਤਾ ਕਹੀ, ਪੁੱਤਰ, ਤੂੰ ਮੈਨੂੰ ਪਛਾਣਿਆ ਨਹੀਂ। ਮੈਂ ਉਹ ਗਊ ਸਾਂ ਜੋ ਤੁਹਾਡੀ ਹੱਟੀ ਤੇ ਜਾ ਕੇ ਅਨਾਜ ਖਾਣ ਲੱਗ ਪਈ ਸੀ। ਤੁਸੀਂ ਮੈਨੂੰ ਹਟਾਇਆ ਨਹੀਂ। ਪਿਤਾ ਜੀ ਦੀ ਨਾਰਾਜ਼ਗੀ ਸਹਾਰ ਕੇ ਵੀ ਤੁਸੀਂ ਧਰਮ ਨਹੀਂ ਛੱਡਿਆ। ਜਿਵੇਂ ਤੁਸੀਂ ਧਰਮ ਪਾਲਿਆ, ਤਿਵੇਂ ਪ੍ਰਭੂ ਦੀ ਕਿਰਪਾ ਨਾਲ ਅਸੀਂ ਵੀ ਆਪਣਾ ਧਰਮ ਪਾਲਿਆ ਹੈ। ਘੋੜੇ ਨੇ ਕਿਹਾ, ਮੈਂ ਆਪਣਾ ਧਰਮ ਪਾਲਿਆ ਹੈ ਕਿਉਂਕਿ ਤੁਸੀਂ ਮੇਰੇ ਤੇ ਕਿਰਪਾ ਕੀਤੀ ਸੀ। ਡੱਡੂ ਨੇ ਕਿਹਾ, ਤੁਸੀਂ ਮੈਨੂੰ ਬਚਾਇਆ ਸੀ, ਮੈਂ ਆਪਣਾ ਧਰਮ ਪਾਲਿਆ। ਬਜ਼ੁਰਗ ਮਾਤਾ ਨੇ ਕਿਹਾ, ਮੈਂ ਗਊ ਸਾਂ, ਤੁਸੀਂ ਆਪਣਾ ਧਰਮ ਪਾਲਿਆ, ਮੈਂ ਆਪਣਾ ਧਰਮ ਪਾਲਿਆ ਹੈ। ਜਿਵੇਂ ਤੁਸੀਂ ਧਰਮ ਪਾਲਿਆ, ਤਿਵੇਂ ਪ੍ਰਭੂ ਦੀ ਕਿਰਪਾ ਨਾਲ ਅਸੀਂ ਵੀ ਆਪਣਾ ਧਰਮ ਪਾਲ ਕੇ ਆਪ ਜੀ ਨੂੰ ਰਾਜ ਗੱਦੀ ਪਰ ਬਿਠਾ ਦਿੱਤਾ ਹੈ। ਇਹ ਗੱਲ ਕਹਿ ਕੇ ਸਾਰੇ ਅਲੋਪ ਹੋ ਗਏ, ਚਲੇ ਗਏ। ਸਤਿਗੁਰੂ ਜੀ ਆਖਦੇ ਨੇ, ਸਗਲ ਕਿਰਿਆ ਮਹਿ ਉੱਤਮ ਕਿਰਿਆ, ਸਾਧ ਸੰਗ ਦੁਰਮਤ ਮਲ ਹਿਰਿਆ, ਸਗਲ ਉਦਮ ਮਹਿ ਉਦਮ ਭਲਾ, ਹਰ ਕਾ ਨਾਮ ਜਪੋ ਜੀ ਸਦਾ,
ਸਗਲ ਬਾਨੀ ਮਹਿ ਅੰਮ੍ਰਿਤ ਬਾਨੀ, ਹਰ ਕੋ ਜਸ ਸੁਨ ਰਸਨ ਬਖਾਨੀ। ਸਗਲ ਥਾਨ ਤੇ ਉਹ ਉੱਤਮ ਥਾਨ, ਨਾਨਕ ਜੇ ਘਟ ਵਸੈ ਹਰ ਨਾਮ। ਸਾਰੀਆਂ ਕਿਰਿਆ ਵਿੱਚੋਂ ਇਹੋ ਹੀ ਉੱਤਮ ਕਿਰਿਆ ਹੈ ਜਿਹੜੀ ਸਤ ਸੰਗਤ ਕਰਨੀ। ਸਤ ਸੰਗਤ ਕਰਨ ਨਾਲ ਦੁਰਮਤ ਖੋਟੀ ਸਿੱਖਿਆ ਰੂਪੀ ਮੈਲ ਦੂਰ ਹੋ ਜਾਂਦੀ ਹੈ। ਸਾਰਿਆਂ ਉਦਮਾਂ ਵਿੱਚੋਂ ਇਹ ਭਲਾ ਚੰਗਾ ਉਦਮ ਹੈ ਜਿਹੜਾ ਦਿਲ ਵਿੱਚ ਸਦਾ ਹਰੀ ਦਾ ਨਾਮ ਜਪਣਾ ਹੈ। ਤੇ ਸਾਰੀਆਂ ਬਾਣੀਆਂ ਵਿੱਚੋਂ ਇਹੋ ਬਾਣੀ ਅੰਮ੍ਰਿਤ ਰੂਪ ਹੈ ਜਿਹੜਾ ਕੰਨਾਂ ਨਾਲ ਹਰੀ ਜਸ ਦਾ ਸੁਣਨਾ ਹੈ, ਰਸਨਾ ਨਾਲ ਆਖਣਾ ਹੈ। ਤੇ ਸਾਰਿਆਂ ਅਸਥਾਨਾਂ ਨਾਲੋਂ ਉਹ ਅਸਥਾਨ ਸ੍ਰੇਸ਼ਟ ਹੈ। ਗੁਰੂ ਸਾਹਿਬ ਜੀ ਫਰਮਾਉਂਦੇ ਨੇ, ਜਿਸ ਹਿਰਦੇ ਵਿੱਚ ਹਰੀ ਦਾ ਨਾਮ ਵਸ ਜਾਂਦਾ ਹੈ, ਸਤ ਸੰਗਤ ਕੀਤਿਆਂ ਆ ਫਲ ਮਿਲਦਾ ਹੈ। ਅਸੀਂ ਸੰਗਤ ਤੇ ਜ਼ਰੂਰ ਕਰਦੇ ਹਾਂ, ਪਰ ਅਸੀਂ ਅਸਰ ਨਹੀਂ ਕਰਦੇ ਹਾਂ। ਗੁਰੂ ਜੋ ਆਖਦਾ ਅਸੀਂ ਉਸ ਸਿੱਖਿਆ ਨੂੰ ਧਾਰਨ ਨਹੀਂ ਕਰਦੇ ਹਾਂ। ਗੁਰਦੁਆਰੇ ਜਾਓ, ਗੁਰੂ ਘਰ ਜਾ ਕੇ ਗੁਰੂ ਰੂਪ ਹੋ ਜਾਓ। ਮੰਦਰ ਵਿੱਚ ਜਾਓ, ਆਪਣੇ ਠਾਕੁਰ ਦੇ ਕਹਿਣ ਨੂੰ ਮੰਨੋ। ਚਰਚ ਵਿੱਚ ਜਾਓ, ਆਪਣੇ ਖੁਦਾ ਦੀ ਗੱਲ ਨੂੰ ਧਾਰਨ ਕਰੋ। ਮਸਜਿਦ ਵਿੱਚ ਜਾਓ, ਆਪਣੇ ਅੱਲਾ ਅੱਗੇ ਆਪਣੇ ਮਨ ਨੂੰ ਰੱਖ ਦਿਓ। ਜਿਸ ਤਰ੍ਹਾਂ ਗੁਰੂ ਸਾਡਾ ਹੈ ਉਸੇ ਤਰ੍ਹਾਂ ਸਾਡਾ ਮਨ ਹੋ ਜਾਏਗਾ। ਫਿਰ ਗੁਰੂ ਸਾਹਿਬ ਦੀ ਕੀਤੀ ਹੋਈ ਸਤ ਸੰਗਤ ਸਾਡੀ ਜ਼ਿੰਦਗੀ ਵਿੱਚ ਸੁੱਖ ਦੇਵੇਗੀ, ਦੁੱਖਾਂ ਤਕਲੀਫਾਂ ਦਾ ਨਾਸ਼ ਕਰ ਦੇਵੇਗੀ। ਸੋ ਸਤਿਗੁਰੂ ਜੀ ਕਿਰਪਾ ਕਰਦੇ ਨੇ ਜਿਹੜੇ ਜੀਵ ਸਤ ਸੰਗਤ ਕਰਦੇ ਨੇ। ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਵੱਡ ਭਾਗੀ ਸਤ ਸੰਗਤ ਪਾਵੈ, ਭਾਗਹੀਨ ਭ੍ਰਮ ਚੋਟਾਂ ਖਾਵੇ।